ਖਾਲਸਾ ਕਾਲਜ ਫॉर ਵਿਮੈਨ ਸਿਧਵਾਂ ਖੁਰਦ ਤੋਂ ਡਾਕਟਰ ਇੰਦਰਜੀਤ ਕੌਰ। ਅੱਜ ਅਸੀਂ ਜਿਹੜੀ ਗੱਲ ਕਰਨ ਜਾ ਰਹੇ ਹਾਂ ਉਹ ਅਣਖੀਲਾ ਧਰਤੀ ਪੁੱਤਰ ਦੁੱਲਾ ਭੱਟੀ ਦੀ ਗੱਲ ਕਰਨ ਜਾ ਰਹੇ ਹਾਂ। ਅਸਲ ਵਿੱਚ ਵੀਰਸੀ ਕਿੱਸਿਆਂ ਦਾ ਆਰੰਭ ਪੰਜਾਬ ਵਿੱਚ ਅੰਗਰੇਜ਼ੀ ਰਾਜ ਦੀ ਸਥਾਪਤੀ ਨਾਲ ਹੋਇਆ ਹੈ। ਪੰਜਾਬ ਵਿੱਚ ਭਾਵੇਂ ਅੰਗਰੇਜ਼ੀ ਰਾਜ ਕਾਰਨ ਲੋਕੀ ਨਿਰਸਾਹਸ ਹੋ ਚੁੱਕੇ ਸਨ, ਪਰ ਲੋਕ ਕਵੀ ਫਿਰ ਵੀ ਕਿਧਰੇ ਨਾ ਕਿਧਰੇ ਵੀਰਸੀ ਰਚਨਾਵਾਂ ਕਰਦੇ ਹਨ ਅਤੇ ਲੋਕਾਂ ਵਿੱਚ ਨਵਾਂ ਜੋਸ਼ ਅਤੇ ਜ਼ਿੰਦਗੀ ਭਰਨ ਦੇ ਉਪਰਾਲੇ ਕਰਦੇ ਰਹੇ ਸਨ। ਉਹਨਾਂ ਦਾ ਵਿਸ਼ਵਾਸ ਸੀ ਕਿ ਇਹ ਵੀਰਸੀ ਕਥਾਵਾਂ ਪੰਜਾਬੀਆਂ ਦੇ ਗੁੰਮ ਹੋ ਚੁੱਕੇ ਗੌਰਵ ਨੂੰ ਮੁੜ ਬਹਾਲ ਕਰਨਗੀਆਂ ਅਤੇ ਉਹਦੇ ਵਿੱਚ ਇਹ ਸਹਾਈ ਵੀ ਹੋਣਗੀਆਂ ਜਿਹੜੀਆਂ ਵੀਰਸੀ ਕਥਾਵਾਂ ਨੇ। ਸਾਡੇ ਕੋਲ ਜਿਹੜੇ ਵੀਰਸੀ ਕਿੱਸੇ ਆਉਂਦੇ ਨੇ, ਦੁੱਲਾ ਭੱਟੀ, ਜੈਮਲ ਫੱਤਾ, ਜਿਊਣਾ ਮੋੜ, ਸੁੱਚਾ ਸਿੰਘ ਸੂਰਮਾ ਅਤੇ ਵਿਧੀ ਚੰਦ ਆਦਿ ਸੂਰਮ ਗਤੀ ਦੇ ਕਿੱਸੇ ਆਏ ਹਨ ਅਤੇ ਇਹਨਾਂ ਵਿੱਚ ਵੀਰ ਰਸ ਤਾਂ ਪ੍ਰਧਾਨ ਹੈ ਹੀ, ਸਦਾਚਾਰਕ ਅੰਸ਼ ਵੀ ਮੌਜੂਦ ਹੈ। ਇਸ ਤਰ੍ਹਾਂ ਦੀ ਕਿੱਸਾਕਾਰੀ ਵਧੇਰੇ ਕਰਕੇ ਨਵੇਂ ਸਮਿਆਂ ਦੀ ਉਪਜ ਹੈ। ਇਹਨਾਂ ਕਿੱਸਿਆਂ ਵਿੱਚ ਅਣਖੀਲਾਪਨ, ਮੌਤ ਨਾਲ ਖੇਡ ਜਾਣ ਵਾਲੇ ਵੀਰ ਨਾਇਕਾਂ ਦੀ ਮਰਦਾਨਗੀ ਦੀ ਵਡਿਆਈ ਪੇਸ਼ ਕੀਤੀ ਗਈ ਹੁੰਦੀ ਹੈ, ਭਾਵੇਂ ਇਹ ਬੰਦਾ ਡਾਕੇ ਮਾਰਨ ਵਾਲਾ ਅਪਰਾਧੀ ਵੀ ਕਿਉਂ ਨਾ ਹੋਵੇ। ਲੋਕ ਕਵੀ ਦੀ ਕਲਮ ਉਸ ਦੀ ਵੀਰਤਾ ਦੀ ਸ਼ਲਾਘਾ ਵਿੱਚ ਹਮੇਸ਼ਾ ਹਰਕਤ ਵਿੱਚ ਰਹਿੰਦੀ ਹੈ। ਸੋ ਕਿਸ਼ਨ ਸਿੰਘ ਆਰਫ ਨੇ ਸਭ ਤੋਂ ਪਹਿਲਾਂ ਦੁੱਲਾ ਭੱਟੀ ਦੇ ਕਿੱਸੇ ਨੂੰ ਵੀਰਸੀ ਕਿੱਸੇ ਦੇ ਰੂਪ ਵਿੱਚ ਰਚਨ ਦਾ ਮਾਣ ਪ੍ਰਾਪਤ ਕੀਤਾ ਹੈ। ਦੁੱਲਾ ਭੱਟੀ ਦੀ ਘਟਨਾ ਭਾਵੇਂ ਅਕਬਰ ਦੇ ਸਮੇਂ ਦੀ ਹੈ, ਪਰ ਇਹ ਲੋਕ ਗਾਥਾ ਬਣ ਕੇ ਪ੍ਰਚਲਿਤ ਸੀ। ਆਰਫ ਨੇ ਇਸ ਦਾ ਅੰਤ ਦੁਖਾਂਤਕ ਕੀਤਾ ਹੈ। ਕਿੱਸਾਕਾਰ ਨੇ ਬਹੁਤ ਸਾਰੀਆਂ ਘਟਨਾਵਾਂ ਕੋਲੋਂ ਜੋੜ ਕੇ ਹਾਸ ਰਸ ਵੀ ਪੈਦਾ ਕੀਤਾ ਹੈ। ਆਰਫ ਨੇ ਦੁੱਲੇ ਨੂੰ ਵੀਰ ਨਾਇਕ ਅਤੇ ਲੋਕਾਂ ਦੀ ਸੇਵਾ ਕਰਨ ਵਾਲਾ ਨਾਇਕ ਸਾਬਤ ਕੀਤਾ ਹੈ। ਦੁੱਲਾ ਭੱਟੀ ਪੰਜਾਬ ਦੀ ਸਿਮਰਤੀਆਂ ਵਿੱਚ ਮਜ਼ਲੂਮਾਂ ਦੀ ਰੱਖਿਆ ਕਰਨ ਵਾਲਾ ਅਤੇ ਬਾਦਸ਼ਾਹ ਤੋਂ ਨਿਡਰ ਵਜੋਂ ਸਵੀਕਾਰਿਆ ਗਿਆ ਹੈ। ਦੁੱਲਾ ਭੱਟੀ ਧਾੜਵੀ ਨਹੀਂ, ਉਸ ਦੀਆਂ ਤਾਂ ਡਾਕੇ ਰਾਜ ਪ੍ਰਤੀ ਵਿਦਰੋਹ ਪ੍ਰਗਟ ਕਰਨ ਦਾ ਮਾਧਿਅਮ ਹੈ। ਕਹਿਣ ਤੋਂ ਭਾਵ ਇਹ ਹੈ ਕਿ ਦੁੱਲਾ ਭੱਟੀ ਚਾਹੇ ਡਾਕੇ ਮਾਰਦਾ ਸੀ, ਪਰ ਉਹ ਉਸ ਸਮੇਂ ਦੀ ਰਾਜਨੀਤੀ ਦੇ ਵਿਰੋਧ ਦੇ ਵਿੱਚ ਖੜਾ ਸੀਗਾ, ਰਾਜ ਦੇ ਵਿਦਰੋਹ ਦੇ ਵਿੱਚ ਖੜਾ ਹੋ ਗਿਆ ਸੀਗਾ। ਪੱਛਮੀ ਪੰਜਾਬ ਦੇ ਆਧੁਨਿਕ ਸਮੀਖਿਆਕਾਰਾਂ ਅਤੇ ਸਾਹਿਤਕਾਰਾਂ ਨੇ ਦੁੱਲਾ ਭੱਟੀ ਨੂੰ ਜਾਗਰਤ ਅਤੇ ਚੇਤਨ ਲੋਕ ਨਾਇਕ ਮੰਨਿਆ ਹੈ। ਨਜ਼ਮ ਹੁਸੈਨ ਦਾ ਨਾਟਕ ਹੈ ਤਖ਼ਤ ਲਾਹੌਰ ਅਤੇ ਮੇਜਰ ਇਸਹਾਕ ਮੁਹੰਮਦ ਦਾ ਨਾਟਕ ਹੈ ਕੁਕਨਸ, ਜਿਹੜੇ ਕਿ ਦੁੱਲਾ ਭੱਟੀ ਦੀ ਗਾਥਾ ਨੂੰ ਬੜੇ ਹੀ ਮਾਣ ਨਾਲ ਪੰਜਾਬ ਦੀ ਵਿਦਰੋਹੀ ਸੁਰ ਦੇ ਪ੍ਰਤੀਕ ਵਜੋਂ ਪੇਸ਼ ਕਰਦੇ ਹਨ। ਮੇਜਰ ਇਸਹਾਕ ਮੁਹੰਮਦ ਦੁੱਲਾ ਭੱਟੀ ਨੂੰ ਕੁਕਨਸ ਪੰਖਨੂ ਦੇ ਪ੍ਰਤੀਕ ਵਜੋਂ ਪੇਸ਼ ਕਰਦਾ ਹੈ, ਜੋ ਡੁੱਬ ਕੇ ਮੁੜ ਚੜ੍ਹਦੇ ਸੂਰਜ ਤੇ ਮੌਤ ਮਗਰੋਂ ਨਵੀਂ ਹਯਾਤੀ ਦਾ ਨਿਸ਼ਾਨ ਹੈ। ਉਦਾਸ ਸ਼ਾਮ ਮਗਰੋਂ ਸੱਜਰੀ ਸਵੇਰ ਦਾ ਵਾਅਦਾ ਹੈ ਅਤੇ ਟੁੱਟੀਆਂ ਆਸਾਂ ਵਿੱਚੋਂ ਉੱਭਰਦੀਆਂ ਸਦਰਾਂ ਦਾ ਲੋਕ ਲਹਿਰ ਦੀ ਕੂਕ ਦਾ ਪ੍ਰਤੀਕ ਹੈ। ਦੁੱਲਾ ਮਨੁੱਖੀ ਆਜ਼ਾਦੀ ਅਤੇ ਪੰਜਾਬੀਆਂ ਦੀ ਅਣਖ ਦਾ ਪ੍ਰਤੀਕ ਹੈ। ਮਨੁੱਖ ਜਦੋਂ ਤੋਂ ਜਨਮਿਆ ਹੈ, ਉਦੋਂ ਤੋਂ ਹੀ ਆਪਣੇ ਸਵੈਮਾਨ, ਆਪਣੀ ਆਜ਼ਾਦੀ ਲਈ ਸੰਘਰਸ਼ੀਲ ਹੈ। ਆਰੰਭ ਵਿੱਚ ਇਹ ਟਕਰਾਓ ਕੁਦਰਤੀ ਸ਼ਕਤੀਆਂ ਨਾਲ ਸੀ, ਫਿਰ ਜਾਗੀਰਦਾਰੀ ਸਮਾਜ ਵਿੱਚ ਜਾਗੀਰਦਾਰੀ ਪ੍ਰਬੰਧ ਨਾਲ ਟਕਰਾਓ ਰਿਹਾ। ਕਿੱਸਾ ਨਾਇਕ ਅਤੇ ਨਾਇਕਾਵਾਂ ਸਾਮੰਤੀ ਕਦਰਾਂ ਕੀਮਤਾਂ ਨੂੰ ਪਲਟਾਉਣਾ ਚਾਹੁੰਦੇ ਹਨ। ਉਹ ਇਸ ਸੰਘਰਸ਼ ਵਿੱਚ ਆਪਣਾ ਆਪ ਕੁਰਬਾਨ ਕਰ ਜਾਂਦੇ ਹਨ, ਪਰ ਆਪਣੇ ਆਦਰਸ਼ ਵਿੱਚ ਥਿੜਕਦੇ ਨਹੀਂ। ਇਹੀ ਪੰਜਾਬੀਆਂ ਦੀ ਖੂਬੀ ਹੈ ਕਿ ਉਹ ਮਰ ਮਿਟਣ ਲਈ ਤਿਆਰ ਹੋ ਜਾਂਦੇ ਨੇ, ਪਰ ਜਿਹੜੀ ਉਹਨਾਂ ਨੇ ਗੱਲ ਸਹੀ 'ਤੇ ਖੜ੍ਹੇ ਨੇ, ਉਹ ਉੱਥੇ ਖੜ੍ਹੇ ਰਹਿੰਦੇ ਹਨ। ਦੁੱਲੇ ਭੱਟੀ ਦੀ ਲੋਕ ਗਾਥਾ ਦੀ ਮੂਲ ਜੁਗਤ ਮਨੁੱਖ ਦੀ ਖੁਦਾਰ ਹੋਣੀ ਅਤੇ ਸੱਤਾ ਦੇ ਦਾਅਵੇ ਅਤੇ ਧੌਂਸ ਦੇ ਮੂਲ ਵਿਰੋਧ ਦੁਆਲੇ ਉਸਾਰੀ ਗਈ ਹੈ। ਦੁੱਲੇ ਦੀ ਵਾਰ ਦੀ ਮੂਲ ਸਮੱਸਿਆ ਬਾਗੀ ਅਤੇ ਸੱਤਾ ਦੇ ਵਿਰੋਧ ਦਾ ਮੂਲ ਤਣਾਅ ਹੈ। ਸਮੱਸਿਆ ਦੀ ਜਟਲਤਾ ਦੀ ਬੁਨਤ ਇਸ ਵਿਰੋਧਤਾਈ ਦੇ ਧੁਰ ਦੁਆਲੇ ਹੀ ਘੁੰਮਦੀ ਹੈ ਜਾਂ ਉਸਾਰੀ ਗਈ ਹੈ। ਇੱਕ ਤੋਂ ਬਾਅਦ ਇੱਕ ਘਟਨਾਵਾਂ ਦੇ ਪਿੜ ਵਿੱਚ ਵਿਰੋਧਤਾਈ ਨੂੰ ਉਜਾਗਰ ਕਰਦੇ, ਤਿੱਖਾ ਕਰਦੇ ਅਤੇ ਉਸਾਰਦੇ ਹਨ। ਘਟਨਾਵਾਂ ਦੇ ਇਹ ਤੰਦ ਇਸ ਤਾਣੀ ਦੀ ਮੂਲ ਭਾਵ ਜੁਗਤ ਨੂੰ ਜਨਮ ਦਿੰਦੇ ਹਨ। ਇੰਝ ਕਿੱਸਾ ਦੁੱਲਾ ਭੱਟੀ ਵਿੱਚ ਦੋ ਸ਼ਕਤੀਆਂ, ਨੇਕੀ ਅਤੇ ਬਦੀ ਵਿਚਾਲੇ ਟਕਰਾਓ ਨੂੰ ਪੇਸ਼ ਕੀਤਾ ਗਿਆ ਹੈ। ਇੱਕ ਪਾਸੇ ਸਥਾਪਤੀ ਹੈ, ਜਿਸ ਪਾਸ ਵਿਸ਼ਾਲ ਸਾਧਨ ਹਨ, ਜੋ ਚਾਹੁੰਦੀ ਹੈ ਕਿ ਹਰ ਵਿਅਕਤੀ ਬਾਦਸ਼ਾਹ ਦੀ ਰਜ਼ਾ ਵਿੱਚ ਚੱਲੇ, ਅਤੇ ਦੂਜੀ ਸ਼ਕਤੀ ਇਸ ਦੇ ਵਿਰੋਧ ਵਿੱਚ ਖੜੀ ਹੈ। ਇਹ ਸ਼ਕਤੀ ਮਨੁੱਖਤਾ ਦੀ ਆਜ਼ਾਦੀ ਲਈ ਸੰਘਰਸ਼ੀਲ ਹੈ। ਦੁੱਲਾ ਇਸ ਸ਼ਕਤੀ ਦਾ ਪ੍ਰਤੀਕ ਹੈ, ਜੋ ਸਵੈਮਾਨ ਭਰੀ ਜ਼ਿੰਦਗੀ ਜਿਉਣੀ ਚਾਹੁੰਦਾ ਹੈ। ਇਸ ਤਰ੍ਹਾਂ ਇਸ ਕਿੱਸੇ ਵਿੱਚ ਸਥਾਪਤੀ ਅਤੇ ਦੁੱਲੇ ਵਿੱਚ ਸਿੱਧਾ ਟਕਰਾਓ ਹੈ ਅਤੇ ਇਹ ਟਕਰਾਓ ਕੇਂਦਰੀ ਸੂਤਰ ਦਾ ਰੂਪ ਧਾਰਨ ਕਰ ਲੈਂਦਾ ਹੈ।
ਇਸ ਕਿੱਸੇ ਵਿਚਲੀਆਂ ਸਾਰੀਆਂ ਘਟਨਾਵਾਂ ਇਸ ਮੂਲ ਵਿਰੋਧ ਦੁਆਲੇ ਘੜੀਆਂ ਗਈਆਂ ਹਨ। ਹਰ ਘਟਨਾ ਦੂਜੀ ਘਟਨਾ ਨੂੰ ਜਨਮ ਦਿੰਦੀ ਹੈ ਅਤੇ ਇਸ ਟਕਰਾਓ ਨੂੰ ਅੱਗੇ ਖੜਨ ਵਿੱਚ ਸਹਾਇਕ ਸਿੱਧ ਹੁੰਦੀ ਹੈ। ਕਿੱਸਾਕਾਰ ਨੇ ਕਥਾਨਕ ਵਿਚਲੀਆਂ ਘਟਨਾਵਾਂ ਨੂੰ ਅਜਿਹੇ ਢੰਗ ਨਾਲ ਯੋਜਨਾਬੱਧ ਕੀਤਾ ਹੈ ਕਿ ਦੋਵੇਂ ਧਿਰਾਂ ਵਿਚਲੀ ਟੱਕਰ ਜਿਹੜੀ ਹੈ ਉਹ ਅੰਤ ਤੀਕ ਰੂਪਮਾਨ ਰਹਿੰਦੀ ਹੈ। ਸੋ ਇਸ ਨਾਲ ਜਿਹੜਾ ਕਿੱਸਾ ਹੈ ਹੋਰ ਰੋਚਕ ਬਣਦਾ ਹੈ। ਦੁੱਲਾ ਭੱਟੀ ਅਜਿਹਾ ਜੁਝਾਰੂ ਨਾਇਕ ਹੈ ਜੋ ਸਿੱਧੇ ਰੂਪ ਵਿੱਚ ਰਾਜ ਸੱਤਾ ਅਤੇ ਸਥਾਪਤੀ ਨਾਲ ਟੱਕਰ ਲੈਂਦਾ ਹੈ। ਦੁੱਲੇ ਭੱਟੀ ਦੀ ਬਾਦਸ਼ਾਹ ਨਾਲ ਟੱਕਰ ਵਿਅਕਤੀਗਤ ਬਦਲਾ ਲੈਣ ਦੀ ਭਾਵਨਾ ਵਿੱਚੋਂ ਪੈਦਾ ਹੋਈ ਹੈ। ਭਾਵੇਂ ਦੁੱਲਾ ਭੱਟੀ ਬਾਦਸ਼ਾਹ ਅਕਬਰ ਨਾਲ ਆਪਣੇ ਪਿਓ ਦੀ ਮੌਤ ਦਾ ਬਦਲਾ ਲੈਣ ਲਈ ਟੱਕਰ ਲੈਂਦਾ ਹੈ, ਪਰ ਲੋਕ ਇਸ ਨੂੰ ਰਾਜ ਸੱਤਾ ਅਤੇ ਲੋਕਾਂ ਵਿਚਕਾਰ ਟੱਕਰ ਦੇ ਰੂਪ ਵਿੱਚ ਸਿਮਰਦੇ ਹਨ। ਪੰਜਾਬੀਆਂ ਦੇ ਮਨਾਂ ਵਿੱਚ ਦੁੱਲਾ ਭੱਟੀ ਇੱਕ ਅਜਿਹੇ ਨਾਇਕ ਵਜੋਂ ਪ੍ਰਵਾਨ ਹੈ ਜੋ ਸਥਾਪਤੀ ਨਾਲ ਬਹਾਦਰੀ ਨਾਲ ਟਕਰਾਇਆ। ਦੁੱਲੇ ਬਾਰੇ ਮਿਲਦੇ ਲੋਕ ਗੀਤ ਅਤੇ ਲੋਕ ਕਹਾਣੀਆਂ ਵਿੱਚ ਉਸ ਨੂੰ ਮਜ਼ਲੂਮਾਂ, ਬੇਸਹਾਰਾ ਲੋਕਾਂ ਦੀ ਰੱਖਿਆ ਕਰਨ ਵਾਲਾ ਮਹਾਨ ਯੋਧਾ ਮੰਨਿਆ ਗਿਆ ਹੈ। ਦੁੱਲਾ ਭੱਟੀ ਬਾਰੇ ਮਿਲਦੇ ਕਿੱਸਿਆਂ ਵਿੱਚ ਉਹ ਇੱਕ ਅਜਿਹੇ ਜੁਝਾਰੂ ਮਾਨਵ ਵਜੋਂ ਪੇਸ਼ ਕੀਤਾ ਗਿਆ ਹੈ ਜਿਸ ਨੇ ਰਾਜ ਸੱਤਾ ਨੂੰ ਵੰਗਾਰਿਆ, ਟਕਰਾਇਆ ਅਤੇ ਜੂਝਦਾ ਹੋਇਆ ਆਪਣੀ ਜ਼ਿੰਦਗੀ ਨੂੰ ਆਪਣੀ ਮਰਜ਼ੀ ਅਨੁਸਾਰ ਜੀਵਿਆ ਅਤੇ ਆਪਣੀ ਮੌਤ ਆਪ ਚੁਣ ਕੇ ਸ਼ਹਾਦਤ ਪ੍ਰਾਪਤ ਕਰ ਗਿਆ ਹੈ। ਇਸ ਪ੍ਰਕਾਰ ਸਾਨੂੰ ਲੋਕ ਗੀਤਾਂ ਦੇ ਵਿੱਚ ਵੀ ਇਹ ਉਦਾਹਰਨ ਮਿਲਦੀ ਹੈ। ਲੋਕ ਮਾਨਸ ਨੇ ਦੁੱਲੇ ਭੱਟੀ ਨੂੰ ਮੁਕਤੀ ਦਾਤੇ ਵਜੋਂ ਵੀ ਸਵੀਕਾਰ ਕੀਤਾ ਹੈ ਅਤੇ ਮਜ਼ਲੂਮਾਂ ਦੀ ਰੱਖਿਆ ਕਰਨ ਵਾਲਾ ਮਸੀਹਾ ਵੀ ਮੰਨਿਆ ਹੈ। ਇਸੇ ਪ੍ਰਕਾਰ ਜਦੋਂ ਅਸੀਂ ਲੋਹੜੀ ਦਾ ਤਿਉਹਾਰ ਮਨਾਉਂਦੇ ਹਾਂ ਤਾਂ ਅਸੀਂ ਸੁੰਦਰ ਮੁੰਦਰੀਏ ਦਾ ਗੀਤ ਗਾਉਂਦੇ ਹਾਂ। ਸੁੰਦਰ ਮੁੰਦਰੀਏ ਹੋ ਤੇਰਾ ਕੌਣ ਵਿਚਾਰਾ, ਦੁੱਲਾ ਭੱਟੀ ਵਾਲਾ, ਦੁੱਲੇ ਨੇ ਧੀ ਵਿਆਹੀ ਹੋ, ਨਾਲ ਨਾਲ ਕਹਿੰਦੇ ਅਸੀਂ ਸ਼ੇਰ ਸ਼ੱਕਰ ਆਈ ਹੋ, ਕੁੜੀ ਦੇ ਬੋਝੇ ਪਾਈ ਹੋ, ਕੁੜੀ ਦਾ ਲਾਲ ਪਟਾਕਾ ਹੋ, ਕੁੜੀ ਦਾ ਸਾਲੂ ਪਾਟਾ ਹੋ, ਸਾਲੂ ਕੌਣ ਸਮੇਟੇ ਹੋ, ਚਾਚਾ ਗਾਲੀ ਦੇਸੇ ਹੋ, ਚਾਚੇ ਚੂਰੀ ਕੁੱਟੀ ਹੋ, ਜ਼ਿਮੀਦਾਰਾਂ ਲੁੱਟੀ ਹੋ, ਜ਼ਿਮੀਦਾਰ ਸਦਾਏ ਹੋ, ਗਿਣ ਗਿਣ ਪੋਲੇ ਪਾਏ ਹੋ। ਸੋ ਉਪਰੋਕਤ ਲੋਕ ਗੀਤ ਦੀ ਪ੍ਰਮਾਣਿਕਤਾ ਬਾਰੇ ਕੋਈ ਸੰਦੇਹ ਨਹੀਂ ਹੈ। ਇਸ ਲੋਕ ਗੀਤ ਦਾ ਸੰਬੰਧ ਉਸ ਨਿਆਰੀ ਗਰੀਬ ਕੁੜੀ ਨਾਲ ਹੈ ਜਿਸ ਦੀ ਰੱਖਿਆ ਕਰਨ ਵਾਲਾ ਪਿੰਡ ਵਿੱਚ ਕੋਈ ਨਹੀਂ ਅਤੇ ਮਾਂ ਪਿਓ ਵਿਹੂਣੀ ਇਸ ਗਰੀਬ ਕੁੜੀ ਦਾ ਚਾਚਾ ਜ਼ਿਮੀਦਾਰ ਹੈ। ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਜ਼ਿਮੀਦਾਰ ਚਾਚਾ ਇਸ ਨਿਆਸਰੀ ਕੰਨਿਆ ਨੂੰ ਇਲਾਕੇ ਵਿੱਚੋਂ ਲੰਘ ਰਹੇ ਰਾਜੇ ਅੱਗੇ ਪੇਸ਼ ਕਰਨਾ ਚਾਹੁੰਦਾ ਹੈ। ਲੋਕ ਗੀਤ ਵਿੱਚੋਂ ਇਹ ਸਪਸ਼ਟ ਹੈ ਕਿ ਉਸ ਵਿਚਾਰੀ ਦਾ ਕੋਈ ਰੱਖਿਅਕ ਨਹੀਂ, ਤੇਰਾ ਕੌਣ ਵਿਚਾਰਾ ਹੋ। ਪਰ ਲੋਕ ਗੀਤ ਦੀ ਅਗਲੀ ਸਤਰ ਵਿੱਚ ਸਪਸ਼ਟੀਕਰਨ ਹੈ ਕਿ ਗਰੀਬ ਮਾਸੂਮ ਸੁੰਦਰ ਲੜਕੀ ਦਾ ਰੱਖਿਅਕ ਦੁੱਲਾ ਭੱਟੀ ਹੋ। ਦੁੱਲੇ ਨੂੰ ਜਦੋਂ ਜ਼ਿਮੀਦਾਰ ਚਾਚੇ ਦੀ ਬਦਨੀਤੀ ਦਾ ਪਤਾ ਚੱਲਦਾ ਹੈ ਤਾਂ ਉਹ ਝਟਪਟ ਸੁੰਦਰ ਕੁੜੀ ਦਾ ਵਿਆਹ ਸੁੰਦਰੀ ਹੈ ਜਿਸ ਲੜਕੀ ਦਾ ਨਾਮ ਦਾ ਵਿਆਹ ਪਿਓ ਬਣ ਕੇ ਕਰਦਾ ਹੈ। ਉਹ ਉਸ ਨੂੰ ਆਪਣੀ ਧੀ ਬਣਾਉਂਦਾ ਹੈ ਅਤੇ ਉਸ ਦਾ ਫਿਰ ਵਿਆਹ ਕਰਦਾ ਹੈ ਅਤੇ ਜ਼ਿਮੀਦਾਰਾਂ ਨੂੰ ਸੱਦ ਕੇ ਭੋਲੇ ਪਾਉਂਦਾ ਹੈ। ਸੋ ਦੁੱਲੇ ਭੱਟੀ ਨਾਲ ਸੰਬੰਧਿਤ ਜੋ ਕਥਾਵਾਂ ਪ੍ਰਚਲਿਤ ਹਨ ਉਹਨਾਂ ਵਿੱਚ ਇਹ ਜ਼ਿਕਰ ਆਉਂਦਾ ਹੈ ਕਿ ਉਹ ਦਿਨ ਦਿਹਾੜੇ ਲੁੱਟਾਂ ਮਚਾਉਂਦਾ ਸੀ। ਇਹਨਾਂ ਕਥਾਵਾਂ ਵਿੱਚ ਇਹ ਵੇਰਵਾ ਵੀ ਬੜਾ ਸਪਸ਼ਟ ਹੁੰਦਾ ਹੈ ਕਿ ਅਮੀਰਾਂ ਨੂੰ ਲੁੱਟ ਕੇ ਧਨ ਦੌਲਤ ਗਰੀਬਾਂ ਵਿੱਚ ਵੰਡ ਦਿੰਦਾ ਸੀ। ਇਹਨਾਂ ਸਾਰੇ ਵੇਰਵਿਆਂ ਅਤੇ ਪ੍ਰਸੰਗਾਂ ਦਾ ਅਰਥ ਇਹ ਹੈ ਕਿ ਦੁੱਲਾ ਭੱਟੀ ਆਪਣੇ ਵਿਦਰੋਹ ਨੂੰ ਬਾਦਸ਼ਾਹ ਅਕਬਰ ਤੱਕ ਪਹੁੰਚਾਉਣਾ ਚਾਹੁੰਦਾ ਸੀ ਤਾਂ ਜੋ ਬਾਦਸ਼ਾਹ ਨੂੰ ਗਿਆਨ ਹੋ ਜਾਵੇ ਕਿ ਦੁੱਲਾ ਕੋਈ ਧਾੜਵੀ ਨਹੀਂ, ਉਹ ਤਾਂ ਰਾਜ ਸੱਤਾ ਲਈ ਇੱਕ ਵੰਗਾਰ ਹੈ। ਦੁੱਲਾ ਧਨ ਦੌਲਤ ਲੁੱਟਣ ਲਈ ਡਾਕੇ ਨਹੀਂ ਮਾਰਦਾ, ਸਗੋਂ ਸਥਾਪਤੀ ਨੂੰ ਚੁਣੌਤੀ ਪੇਸ਼ ਕਰਨ ਲਈ ਅਜਿਹਾ ਕਰਦਾ ਹੈ। ਅਕਬਰ ਬਾਦਸ਼ਾਹ ਦੇ ਸਮੇਂ ਦੇ ਵਿੱਚ ਦੁੱਲੇ ਦਾ ਨਾਮ ਬਹੁਤ ਵੱਡਾ ਸੀ। ਸੋ ਅੱਜ ਅਸੀਂ ਜਿਹੜਾ ਕਿੱਸਾ ਕੀਤਾ ਹੈ ਉਹ ਦੁੱਲੇ ਦੇ ਬਾਰੇ ਗੱਲ ਕੀਤੀ ਹੈ। ਦੁੱਲਾ ਲੋਕ ਨਾਇਕ ਹੈ, ਲੋਕ ਗੀਤਾਂ ਵਿੱਚ ਵੀ ਹੈ ਅਤੇ ਦੁੱਲਾ ਇੱਕ ਪੰਜਾਬੀਆਂ ਦੀ ਸ਼ੂਰਵੀਰਤਾ ਦਾ ਵੀ ਪ੍ਰਤੀਕ ਹੈ। ਕਿਸ਼ਨ ਸਿੰਘ ਆਰਿਫ ਨੇ ਜਿਹੜਾ ਕਿੱਸਾ ਲਿਖਿਆ ਹੈ ਦੁੱਲਾ ਭੱਟੀ, ਅਸੀਂ ਉਸ ਦੇ ਬਾਰੇ ਅੱਜ ਗੱਲ ਕੀਤੀ ਹੈ ਅਤੇ ਤੁਸੀਂ ਦੁੱਲਾ ਭੱਟੀ ਨੂੰ ਹੋਰ ਪੜ੍ਹਿਓ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ।